ਪਸ਼ੂ ਪਾਲਕ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਦੁਧਾਰੂ ਪਸ਼ੂਆਂ ਦੇ ਵਿੱਚ ਮੱਝਾਂ ਗਾਵਾਂ ਦੇ ਵਿੱਚ ਜਿਹੜਾ ਟੀਕਾਕਰਨ ਹੈ ਉਹਦੇ ਬਾਰੇ ਗੱਲ ਕਰਾਂਗੇ ਵੀ ਟੀਕਾਕਰਨ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ, ਜਾਂ ਟੀਕਾਕਰਨ ਤੋਂ ਬਾਅਦ ਜਾਂ ਟੀਕਾਕਰਨ ਤੋਂ ਪਹਿਲਾਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ। ਆਪਾਂ ਅੱਜ ਇਸ ਵਿਸ਼ੇ ਨੂੰ ਵਿਸਥਾਰ 'ਚ ਇਸ ਤਰ੍ਹਾਂ ਗੱਲ ਕਰਾਂਗੇ ਵੀ ਟੀਕਾਕਰਨ ਦਾ ਸਾਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ। ਸੋ ਦੇਖੋ, ਤਿੰਨ ਮੁੱਖ ਤਰ੍ਹਾਂ ਦੇ ਟੀਕਾਕਰਨ ਹੈ ਜਿਹੜੇ ਪਸ਼ੂਆਂ 'ਚ ਆਪਾਂ ਕਰਦੇ ਹਾਂ। ਪਹਿਲਾ ਗਲਘੋਟੂ ਹੈ ਜੀ, ਦੂਜਾ ਮੂੰਹ ਖੁਰ ਹੈ, ਔਰ ਤੀਸਰਾ ਜਿਹੜਾ ਹੈਗਾ ਸਾਡਾ ਹੈਗਾ ਜੀ ਬਰੂਸੀਲੋਸਿਸ ਜਾਂ ਤੂ ਜਾਣ ਦੀ ਬਿਮਾਰੀ ਹੈ। ਦੇਖੋ, ਗਲਘੋਟੂ ਦਾ ਜਿਹੜਾ ਟੀਕਾਕਰਨ ਹੈ ਅਕਸਰ ਬਰਸਾਤਾਂ ਤੋਂ ਪਹਿਲਾਂ ਕੀਤਾ ਜਾਂਦਾ ਹੈ, ਔਰ ਮੂੰਹ ਖੁਰ ਦਾ ਜਿਹੜਾ ਟੀਕਾਕਰਨ ਹੈ ਅਕਸਰ ਅਸੀਂ ਸਾਲ 'ਚ 2 ਵਾਰੀ ਕਰਦੇ ਹਾਂ ਜੀ। ਇੱਕ ਵਾਰੀ ਮਾਰਚ ਅਪ੍ਰੈਲ ਦੇ ਵਿੱਚ ਜਾਂ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ, ਔਰ ਦੂਸਰਾ ਅਕਤੂਬਰ ਨਵੰਬਰ ਦੇ ਵਿੱਚ, ਮਤਲਬ ਕਿ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ। ਸੋ ਬਰੂਸੀਲੋਸਿਸ ਹੈ ਜਿਹੜਾ ਜੀ ਤੂ ਜਾਣ ਦੀ ਬਿਮਾਰੀ ਹੈ, ਇਹਦਾ ਅਸੀਂ ਇੱਕੋ ਵਾਰੀ ਟੀਕਾਕਰਨ ਹੁੰਦਾ ਜੀ। 4 ਤੋਂ 8 ਮਹੀਨੇ ਦੇ ਜਿਹੜੀਆਂ ਸਾਡੀਆਂ ਬੱਚੀਆਂ ਜਾਂ ਕੱਟੀਆਂ ਨੇ, ਕੱਟਿਆਂ ਜਾਂ ਬੱਚਿਆਂ 'ਚ ਨਹੀਂ, ਸਿਰਫ ਬੱਚੀਆਂ ਜਾਂ ਕੱਟੀਆਂ ਦੇ ਵਿੱਚ ਹੀ ਇਹ ਟੀਕਾ ਲਵਾਇਆ ਜਾਂਦਾ ਹੈ, ਔਰ ਸਾਰੀ ਉਮਰ 'ਚ ਇੱਕੋ ਵਾਰੀ ਟੀਕਾ ਲੱਗਦਾ ਹੈ। ਅਸੀਂ ਦੇਖਦੇ ਹਾਂ ਵੀ ਇਹ ਟੀਕਾ ਲਵਾਉਣ ਦੇ ਬਾਵਜੂਦ ਵੀ, ਜਿਹੜੇ ਤਿੰਨੇ ਤਰ੍ਹਾਂ ਦੇ ਟੀਕੇ ਲਵਾਉਣ ਦੇ ਬਾਵਜੂਦ ਵੀ ਕਈ ਵਾਰੀ ਪਸ਼ੂਆਂ 'ਚ ਸਮੱਸਿਆਵਾਂ ਦੇਖੀਆਂ ਜਾਂਦੀਆਂ ਨੂੰ ਅਸੀਂ ਵੈਕਸੀਨੇਸ਼ਨ ਫੇਲਰ ਕਹਿੰਦੇ ਹਾਂ। ਅੱਜ ਅਸੀਂ ਆਪਾਂ ਗੱਲ ਕਰਾਂਗੇ ਵੀ ਵੈਕਸੀਨੇਸ਼ਨ ਫੇਲਰ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ। ਸੋ ਪਹਿਲਾਂ ਦੇਖੋ, ਸਭ ਤੋਂ ਪਹਿਲੀ ਗੱਲ ਹੈ, ਦੇਖੋ ਜੇ ਅਸੀਂ ਗਲਘੋਟੂ ਦੀ ਗੱਲ ਕਰੀਏ, ਗਲਘੋਟੂ ਬਰਸਾਤਾਂ 'ਚ ਬਹੁਤ ਜ਼ਿਆਦਾ ਫੈਲਦਾ ਹੈ ਜੀ, ਖਾਸ ਕਰਕੇ ਜਦੋਂ ਧੁੱਪ ਨਿਕਲਦੀ ਹੈ ਅਤੇ ਬਾਰਿਸ਼ਾਂ ਹੁੰਦੀਆਂ, ਜਿਵੇਂ ਅੱਜ ਕੱਲ੍ਹ ਦਾ ਮੌਸਮ ਹੈ। ਸੋ ਇਸ ਕਰਕੇ ਅਸੀਂ ਗਲਘੋਟੂ ਦਾ ਧਿਆਨ ਰੱਖਣਾ ਵੀ ਦੇਖੋ, ਜਦੋਂ ਅਸੀਂ ਗਲਘੋਟੂ ਦੀ ਵੈਕਸੀਨ ਲਵਾਉਣੀ ਹੈ ਜੀ, 6 ਮਹੀਨੇ ਤੋਂ ਉੱਪਰ ਦੇ ਸਾਰੇ ਕਟੂਆਂ ਬੱਚਿਆਂ ਨੂੰ ਅਸੀਂ ਵੈਕਸੀਨ ਲਵਾਉਣੀ ਹੈ। ਔਰ ਵੈਕਸੀਨ ਲਵਾਉਣ ਤੋਂ ਪਹਿਲਾਂ ਅਸੀਂ ਇਹ ਧਿਆਨ ਰੱਖਣਾ ਜੀ ਵੀ ਜਿਹੜੀ ਸਾਡੇ ਕਟਰੂ ਬੱਛਰੂ ਹੈਗੇ ਉਹ ਤੰਦਰੁਸਤ ਹੋਣ, ਕੋਈ ਵੀ ਬਿਮਾਰ ਪਸ਼ੂ ਨਾ ਹੋਵੇ, ਕਿਉਂਕਿ ਜੇ ਅਸੀਂ ਬਿਮਾਰ ਕੱਟੀ ਬੱਚੀ ਨੂੰ ਵੈਕਸੀਨ ਲਵਾਵਾਂਗੇ ਤਾਂ ਉਹ ਵੈਕਸੀਨ ਲਵਾਈ ਨਾ ਲਵਾਈ ਇੱਕ ਬਰਾਬਰ ਹੈ। ਕਿਉਂਕਿ ਜੇ ਕੋਈ ਇੱਦਾਂ ਦਾ ਕੱਟੀ ਬੱਚੀ ਹੈ ਅਸੀਂ ਉਹਨੂੰ ਥੋੜ੍ਹਾ 2-4 ਦਿਨ ਰੋਕ ਵੀ ਸਕਦੇ ਹਾਂ। ਦੂਜੇ ਨੰਬਰ 'ਤੇ ਜੀ ਅਸੀਂ ਸਾਰੇ ਜਿਹੜੇ ਪਸ਼ੂ ਹੈ ਸਾਡੇ, ਗੱਭਣ ਹੈ ਚਾਹੇ ਦੁੱਧ ਦੇ ਰਹੇ ਆ, ਚਾਹੇ ਗੱਭਣ ਵੀ ਹੈ ਅਤੇ ਦੁੱਧ ਵੀ ਦੇ ਰਹੇ ਆ, ਸਾਰਿਆਂ ਨੂੰ ਵੈਕਸੀਨ ਲਵਾਉਣੀ ਹੈ। ਕੋਈ ਵੀ ਪਸ਼ੂ ਛੱਡਣਾ ਨਹੀਂ ਇਸ ਕਰਕੇ ਵੀ ਦੁੱਧ ਘੱਟ ਜਾਏਗਾ ਜਾਂ ਬੱਚਾ ਸੁੱਟ ਜਾਏਗਾ। ਇਹ ਵੈਕਸੀਨ ਦੇ ਨਾਲ ਇੱਦਾਂ ਦੀ ਕੋਈ ਵੀ ਸਮੱਸਿਆ ਨਹੀਂ ਹੁੰਦੀ ਹੈਗੀ। ਤੀਸਰੀ ਗੱਲ ਜਿਹੜੀ ਗਲਘੋਟੂ ਦੀ ਵੈਕਸੀਨ ਹੈ, ਦੇਖੋ 5 ml ਵੈਕਸੀਨ ਲੱਗਣੀ ਚਾਹੀਦੀ ਹੈ ਵੱਡੇ ਪਸ਼ੂ ਨੂੰ, ਔਰ ਜਿਹੜੇ ਛੋਟੇ ਕਟਰੀ ਬੱਚੂ ਨੇ ਉਹਨਾਂ ਨੂੰ 2.5 ml ਵੈਕਸੀਨ ਲੱਗਣੀ ਚਾਹੀਦੀ ਹੈ। ਅਸੀਂ ਇਹ ਧਿਆਨ ਰੱਖਣਾ ਵੀ ਵੈਕਸੀਨ ਚੰਗੀ ਤਰ੍ਹਾਂ ਹਿਲਾ ਕੇ ਲਵਾਉਣੀ ਹੈ, ਕਿਉਂਕਿ ਸਸਪੈਂਸ਼ਨ ਹੁੰਦੀ ਹੈ, ਪਾਣੀ ਉੱਪਰ ਆ ਜਾਂਦਾ, ਦਵਾਈ ਥੱਲੇ ਬੈਠ ਜਾਂਦੀ ਹੈ, ਇਸ ਕਰਕੇ ਵੈਕਸੀਨ ਚੰਗੀ ਤਰ੍ਹਾਂ ਹਿਲਾ ਕੇ ਲਵਾਉਣੀ ਹੈ। ਦੂਜੀ ਗੱਲ, ਵੈਕਸੀਨ ਹਮੇਸ਼ਾ, ਜਿਵੇਂ ਅਸੀਂ ਸਾਰੀਆਂ ਵੈਕਸੀਨ ਬਾਰੇ ਕਹਿੰਦੇ ਹਾਂ, ਕੋਲਡ ਚੇਂਜ ਭਾਵ ਠੰਡੀ ਰੱਖ ਕੇ ਲੱਗਣੀ ਚਾਹੀਦੀ, ਮਤਲਬ ਕਿ ਬਰਫ਼ 'ਚ ਰੱਖ ਕੇ ਲੱਗਣੀ ਚਾਹੀਦੀ ਹੈ। ਇਹ ਨਹੀਂ ਵੀ ਜਦੋਂ ਸਾਡੇ ਘਰੇ ਕੋਈ ਵੈਕਸੀਨ ਲਾਉਣ ਆ ਗਿਆ ਅਸੀਂ ਹੱਥ 'ਚ ਫੜ ਕੇ ਸ਼ੀਸ਼ੀ ਘੁੰਮੀ ਜਾਣਾ ਅਤੇ ਵੈਕਸੀਨ ਲਾਈ ਜਾਣੇ, ਉਹਦੇ ਨਾਲ ਕੋਲਡ ਚੇਨ ਟੁੱਟ ਜਾਂਦੀ ਹੈ। ਚੌਥੀ ਗੱਲ ਅਸੀਂ ਧਿਆਨ ਰੱਖਣੀ ਹੈ ਵੀ ਵੈਕਸੀਨ ਸਵੇਰੇ ਜਾਂ ਸ਼ਾਮ ਨੂੰ ਹੀ ਲਵਾਉਣੀ ਚਾਹੀਦੀ ਹੈ। ਦਿਨ ਵੇਲੇ ਜੇ ਅਸੀਂ ਵੈਕਸੀਨ ਲਾਵਾਂਗੇ ਤਾਂ ਗਰਮੀ ਬਹੁਤ ਜ਼ਿਆਦਾ ਹੈ ਜੀ, ਔਰ ਜਿਹੜਾ ਮੌਸਮ ਹੈ ਅੱਜ ਕੱਲ੍ਹ ਤੁਹਾਨੂੰ ਪਤਾ ਹਿਊਮਿਡਿਟੀ ਬਹੁਤ ਜ਼ਿਆਦਾ ਹੈ, ਮਤਲਬ ਕਿ ਸਲਾਬ ਬਹੁਤ ਜ਼ਿਆਦਾ ਹੋ ਗਈ ਹੈ। ਸੋ ਇਸ ਕਰਕੇ ਦਿਨੇ ਵੈਕਸੀਨ ਲਾਉਣ ਨਾਲ ਸਟ੍ਰੈਸ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਆਊਗਾ। ਸੋ ਇਸ ਕਰਕੇ 4 ਗੱਲਾਂ ਜਿਹੜੀਆਂ ਹੈਗੀਆਂ ਅਸੀਂ ਇਹਦਾ ਧਿਆਨ ਰੱਖਣਾ। ਅਤੇ 5ਵੀਂ ਗੱਲ ਅਸੀਂ ਇਹ ਵੀ ਧਿਆਨ ਰੱਖਣਾ ਵੀ ਅੱਜ ਕੱਲ੍ਹ ਦਾ ਜਿਹੜਾ ਮੌਸਮ ਹੈ ਇਹਦੇ 'ਚ ਅਸੀਂ ਪਸ਼ੂਆਂ ਨੂੰ ਛੱਪੜਾਂ ਦੇ ਵਿੱਚ ਜਾਂ ਟੋਭਿਆਂ 'ਚ ਬਿਲਕੁਲ ਨਹੀਂ ਛੱਡਣਾ। ਜੇ ਸਾਡੇ ਕੋਲ ਘਰ ਵੀ ਛੱਪੜ ਅਸੀਂ ਟੋਭਾ ਬਣਾਇਆ ਹੋਇਆ ਹੈ ਤਾਂ ਅਸੀਂ ਇਹ ਧਿਆਨ ਰੱਖੀਏ ਪਸ਼ੂਆਂ ਨੂੰ ਅਸੀਂ ਤਾਂ ਹੀ ਉੱਥੇ ਛੱਡੀਏ ਘਰ ਦੇ ਛੱਪੜ ਜਾਂ ਟੋਭੇ ਦੇ ਵਿੱਚ ਜੇ ਅਸੀਂ ਪਸ਼ੂਆਂ ਨੂੰ ਵੈਕਸੀਨ ਲਗਵਾਈ ਵੀ ਹੈ। ਕਿਉਂਕਿ ਜਿਹੜੀ ਪਸ਼ੂ ਦੇ ਮੂੰਹ 'ਚੋਂ ਲਾਲਾਂ ਗਿਰਦੀਆਂ ਉਹ ਜੇ ਖੇਲ 'ਚ ਵੀ ਗਿਰਦੀਆਂ ਜਾਂ ਬਾਲਟੀ 'ਚ ਵੀ ਗਿਰਦੀਆਂ ਉਹਦੇ ਨਾਲ ਇਹ ਬਿਮਾਰੀ ਫੈਲਦੀ ਹੈ। ਸੋ ਇਸ ਕਰਕੇ ਇਹ ਗੱਲਾਂ ਦਾ ਅਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ, ਕਿਉਂਕਿ 80% ਪਸ਼ੂ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ ਹੁੰਦੀ ਜੀ ਇਲਾਜ ਦੇ ਦੌਰਾਨ ਵੀ ਮਰ ਜਾਂਦੇ ਹੈ। ਸੋ ਇਲਾਜ ਬਹੁਤ ਹੀ ਮਹਿੰਗਾ ਹੈ, ਇਲਾਜ ਦੇ ਨਾਲ ਪਸ਼ੂ ਕਈ ਵਾਰ ਨਹੀਂ ਵੀ ਬਚਦੇ। ਪਰਹੇਜ਼ ਬਹੁਤ ਹੀ ਸਸਤਾ ਹੈ, ਪਰਹੇਜ਼ ਬਿਲਕੁਲ ਮੁਫਤ ਹੈ। ਸੋ ਗਲਘੋਟੂ ਦੀ ਵੈਕਸੀਨ ਬਾਰੇ ਅਸੀਂ ਇਹ ਗੱਲ ਰੱਖਣੀ ਹੈ। ਦੂਜੇ ਨੰਬਰ 'ਤੇ ਮੂੰਹ ਖੁਰ ਦੀ ਵੈਕਸੀਨ ਹੈ। ਦੇਖੋ, ਮੂੰਹ ਖੁਰ ਦੀ ਵੈਕਸੀਨ ਜਿਵੇਂ ਮੈਂ ਦੱਸਿਆ ਵੀ ਇੱਕ ਵਾਰੀ ਅਸੀਂ ਮਾਰਚ ਅਪ੍ਰੈਲ ਦੇ ਵਿੱਚ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ, ਅਤੇ ਦੂਜੀ ਵਾਰੀ ਅਕਤੂਬਰ ਨਵੰਬਰ 'ਚ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਲੱਗਦੀ ਹੈ। ਇਹ ਜਿਹੜੀ ਵਾਇਰਲ ਵੈਕਸੀਨ ਹੈ ਜੀ, ਔਰ ਜਿੰਨੀਆਂ ਵਾਇਰਲ ਵੈਕਸੀਨ ਹੁੰਦੀਆਂ ਇਹਨਾਂ ਦੀ ਜਿਹੜੀ ਤਾਪਮਾਨ ਨੂੰ, ਮਤਲਬ ਕਿ ਟੈਂਪਰੇਚਰ ਨੂੰ ਜਿਹੜੀ ਸੈਂਸਿਟੀਵਿਟੀ ਹੁੰਦੀ ਹੈ, ਤਾਪਮਾਨ, ਗਰਮ ਤਾਪਮਾਨ ਸਹਿਣ ਦੀ ਸ਼ਕਤੀ ਬਹੁਤ ਹੀ ਘੱਟ ਹੁੰਦੀ ਹੈ, ਬਿਲਕੁਲ ਨਾ ਮਾਤਰ ਹੁੰਦੀ ਹੈ। ਇਹ ਵੈਕਸੀਨ ਹਰ ਹਾਲਤ 'ਚ 5 ਡਿਗਰੀ ਤੋਂ ਥੱਲੇ ਰੱਖਣੀ ਚਾਹੀਦੀ ਹੈ। 5 ਡਿਗਰੀ ਦਾ ਭਾਵ ਬੜਾ ਸਿੱਧਾ ਵੀ ਵੈਕਸੀਨ ਹਰ ਵੇਲੇ ਲੱਗਣ ਤੋਂ ਲੈ ਕੇ, ਸਟੋਰ ਕਰਨ ਤੋਂ ਲੈ ਕੇ ਲੱਗਣ ਤੱਕ ਬਰਫ਼ ਦੇ ਵਿੱਚ ਹੋਣੀ ਚਾਹੀਦੀ ਹੈ। ਜਦੋਂ ਵੀ ਸਾਡੇ ਘਰੇ ਅਸੀਂ ਵੈਕਸੀਨ ਲਾਉਣ ਦੀ ਪਸ਼ੂ ਪਾਲਣ ਦੀ ਟੀਮ ਆਉਂਦੀ ਹੈ, ਜਾਂ ਸਾਡੇ ਕਈ ਪਸ਼ੂ ਪਾਲਕ ਵੈਕਸੀਨ ਆਪ ਜਾ ਕੇ ਹਸਪਤਾਲ ਤੋਂ ਲੈ ਆਉਂਦੇ ਵੀ ਅਸੀਂ ਆਪ ਲੈਵਾਂਗੇ। ਜੇ ਅਸੀਂ ਵੈਕਸੀਨ ਲੈਣ ਜਾਣਾ ਹੈ ਤਾਂ ਅਸੀਂ ਡੋਲੂ 'ਚ ਬਰਫ਼ ਪਾ ਕੇ ਲੈ ਕੇ ਜਾਣਾ। ਜੇ ਦੂਰ ਜਾਣਾ ਹੈ ਤਾਂ ਅਸੀਂ ਆਈਸ ਬਾਕਸ ਜਾਂ ਕੋਈ ਜਿਹੜੀ ਕੈਟਲ ਹੈ ਚਾਹ ਵਾਲੀ ਉਹ ਲੈ ਕੇ ਜਾਣੀ ਹੈ ਜੀ। ਇੱਦਾਂ ਨਹੀਂ ਖਾਲੀ ਹੱਥ ਚਲੇ ਜਾਣਾ, ਜਾਂ ਲਿਫਾਫੇ 'ਚ ਵੈਕਸੀਨ ਨਹੀਂ ਲੈ ਕੇ ਆਉਣੀ ਹੈਗੀ।
क्योंकि जे इदां करांगे तो टैंपरेचर कोल्ड चेन टुट जाएगी और वैक्सीन लगी ना लगी एक बराबर हो जाएगी। मूँह खुर लगभग साढ़े 15 साल तो वैक्सीन लग रही है पंजाब च, पर इस दे बावजूद भी साढ़े इक्का दुक्का केस आउंदे रहिंदे है। 2 साल पहले असीं देखिया सी रोपड़ दे आले दुआले पिंडां च मूँह खुर दे केस बहुत ज़्यादा आए सी। ਇਹਦਾ ਮੇਨ ਕਾਰਨ ਇਹੀ ਹੁੰਦਾ ਵੀ ਜਿਹੜੀ ਵੈਕਸੀਨ ਹੈ ਕੋਲਡ ਚੇਨ 'ਚ ਨਹੀਂ ਲੱਗਦੀ। ਵੱਡੇ ਪਸ਼ੂਆਂ ਨੂੰ 2 ml ਵੈਕਸੀਨ ਲਾਉਣੀ ਹੁੰਦੀ ਹੈ ਜੀ, ਔਰ ਛੋਟੇ ਜਿਹੜੇ ਕਟਰੂ ਬੱਛਰੂ ਹੈ 6 ਮਹੀਨੇ ਦੀ ਉਮਰ ਦੇ ਤੇ ਸਾਡੀਆਂ ਭੇਡਾਂ ਬੱਕਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਸੀਂ 1 ml ਵੈਕਸੀਨ ਲਾਉਣੀ ਹੁੰਦੀ ਹੈ। ਸੂਰਾਂ 'ਚ ਵੀ ਵੈਕਸੀਨ ਲੱਗਦੀ ਹੈ ਜੀ 1 ml ਦੇ ਹਿਸਾਬ ਨਾਲ। ਔਰ ਇਹ ਵੈਕਸੀਨ ਤੁਸੀਂ ਕਦੇ ਵੀ ਕੋਲਡ ਚੇਨ ਨਹੀਂ ਟੁੱਟਣ ਦੇਣੀ ਜੀ, ਕਿਉਂਕਿ ਜੇ ਕੋਲਡ ਚੇਨ 15 ਮਿੰਟ ਵਾਸਤੇ ਵੀ ਵੈਕਸੀਨ ਇਹ ਕੋਲਡ ਚੇਨ ਤੋਂ ਬਾਹਰ ਰਹਿ ਜਾਂਦੀ ਹੈ, ਭਾਵ ਬਰਫ਼ ਤੋਂ ਬਾਹਰ ਰਹਿ ਜਾਂਦੀ ਹੈ, ਤਾਂ ਵੈਕਸੀਨ ਲੱਗੀ ਨਾ ਲੱਗੀ ਇੱਕ ਬਰਾਬਰ ਹੀ ਹੁੰਦੀ ਹੈ। ਜਿਹੜਾ ਵੈਕਸੀਨ ਫੇਲਰ ਜਿੱਥੇ ਵੀ ਆਉਂਦਾ ਜੀ, ਜਿੱਥੇ ਵੈਕਸੀਨ ਲੱਗਣ ਦੇ ਬਾਵਜੂਦ ਕੇਸ ਆਉਂਦੇ ਹੈ, ਉਹਦਾ ਮੇਨ ਸਭ ਤੋਂ ਵੱਡਾ ਕਾਰਨ ਇਹੀ ਹੁੰਦਾ ਹੈਗਾ। ਬਾਕੀ ਜਿਹੜੇ ਜਨਰਲ ਕਾਰਨ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ। ਸੋ ਵੈਕਸੀਨ ਲਵਾਉਣ ਲੱਗੇ ਹਮੇਸ਼ਾ ਵੈਕਸੀਨ ਭਰਨ ਤੋਂ ਬਾਅਦ, ਸਿਰਿੰਜ ਭਰਨ ਤੋਂ ਬਾਅਦ ਦੁਬਾਰਾ ਅਸੀਂ ਬਰਫ਼ 'ਤੇ ਰੱਖਣੀ ਹੈ, ਨਾ ਕਿ ਕੰਧ 'ਤੇ ਜਾਂ ਕੌਲੇ 'ਤੇ ਰੱਖਣੀ ਹੈ। ਇਹ ਨਹੀਂ ਹੈਗਾ ਵੀ ਇੱਕ ਬੰਦਾ ਵੈਕਸੀਨ ਭਰੀ ਜਾ ਰਿਹਾ, ਪਿੱਛੇ ਪਿੱਛੇ ਪਸ਼ੂਆਂ ਦੇ ਦੂਜਾ ਲਾਈ ਜਾ ਰਿਹਾ। ਵੈਕਸੀਨ ਬਰਫ਼ ਦੇ ਵਿੱਚ ਹੀ ਲੈ ਕੇ ਜਾਣੀ ਹੈ ਜੀ, ਕਿਉਂਕਿ ਜੇ ਸਾਡੇ ਕੋਲ 50-100 ਪਸ਼ੂ ਨੇ, ਵੱਡੇ ਪਸ਼ੂ ਪਾਲਕਾਂ 'ਚ ਅਸੀਂ ਅਕਸਰ ਦੇਖਦੇ ਹਾਂ ਵੀ ਜੇ ਵੈਕਸੀਨ ਅੱਧਾ ਘੰਟਾ ਬਾਹਰ ਰਹਿ ਜਾਂਦੀ ਹੈ ਜੀ, ਤਾਂ ਉਹ ਲੱਗੀ ਨਾ ਲੱਗੀ ਇੱਕ ਬਰਾਬਰ ਹੈ। ਸੋ ਇਹਦਾ ਧਿਆਨ ਰੱਖਣਾ ਜੀ। ਤੀਜੇ ਨੰਬਰ 'ਤੇ ਅਸੀਂ ਜੇ ਬਰੂਸੀਲੋਸਿਸ ਦੀ ਗੱਲ ਕਰੀਏ ਜੀ, ਬਰੂਸੀਲੋਸ ਜਿਵੇਂ ਆਪਾਂ ਗੱਲ ਕੀਤੀ ਹੈ ਵੀ 4 ਤੋਂ 8 ਮਹੀਨੇ ਦੀਆਂ ਬੱਚੀਆਂ ਜਾਂ ਕੱਟੀਆਂ ਨੂੰ ਵੈਕਸੀਨ ਲੱਗਦੀ ਹੈ। ਸਾਰੀ ਉਮਰ 'ਚ ਇੱਕ ਵਾਰੀ ਲੱਗਦੀ ਹੈ ਜੀ। ਪੰਜਾਬ ਹਰਿਆਣਾ ਦੀ ਜੇ ਅਸੀਂ ਗੱਲ ਕਰੀਏ ਤਾਂ 25 ਤੋਂ 30% ਪਸ਼ੂ ਇਸ ਬਿਮਾਰੀ ਵਾਸਤੇ ਪੋਜ਼ਿਟਿਵ ਨੇ ਜੀ, ਜਿਹੜੇ ਅੰਕੜੇ ਕਹਿੰਦੇ ਆ, ਪਰ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਣ ਕੁਛ। ਸੋ ਇਸ ਕਰਕੇ ਵੈਕਸੀਨ ਇੱਕੋ ਵਾਰੀ ਲੱਗਣੀ ਹੈ ਜੀ। ਇਸ ਕਰਕੇ ਵੈਕਸੀਨ ਅਸੀਂ ਧਿਆਨ ਰੱਖਣਾ ਵੀ ਕੱਟੀ ਬੱਚੀ ਦੀ ਸਿਹਤ ਬਹੁਤ ਹੀ ਵਧੀਆ ਹੋਵੇ ਜਦੋਂ ਅਸੀਂ ਵੈਕਸੀਨ ਲਵਾਉਣੀ ਹੈ। ਘੱਟੋ ਘੱਟ 1.5 ਕੁਇੰਟਲ ਦੇ ਨੇੜੇ ਵਜ਼ਨ ਹੋਣਾ ਚਾਹੀਦਾ ਜੀ। 1 ਕੁਇੰਟਲ ਤੋਂ ਘੱਟ ਵਜ਼ਨ ਵਾਲੇ ਪਸ਼ੂਆਂ ਨੂੰ ਜੇ ਅਸੀਂ ਵੈਕਸੀਨ ਲਵਾਵਾਂਗੇ ਜੀ, ਉਹ 'ਚ ਇਮਿਊਨਿਟੀ ਨਹੀਂ ਬਣਨੀ, ਪ੍ਰੋਪਰ ਬਿਮਾਰੀਆਂ ਲੜਨ ਦੀ ਸ਼ਕਤੀ ਨਹੀਂ ਬਣਨੀ। ਦੂਜੇ ਨੰਬਰ 'ਤੇ ਹਮੇਸ਼ਾ ਪਸ਼ੂ ਨੂੰ ਕੀੜਿਆਂ ਦੀ ਦਵਾਈ ਜਿਹੜੀ ਅਸੀਂ ਦੇ ਦੇਣੀ ਹੈ ਪਹਿਲਾਂ। ਇਹ ਸਾਰੀਆਂ ਵੈਕਸੀਨ ਵਾਸਤੇ ਵੀ ਕੀੜਿਆਂ ਦੀ ਦਵਾਈ ਤੁਸੀਂ ਜੇ ਪਹਿਲਾਂ ਦੇ ਦਿਓ ਤਾਂ ਜ਼ਿਆਦਾ ਵਧੀਆ, ਨਹੀਂ ਤਾਂ ਵੈਕਸੀਨ ਲੱਗਣ ਤੋਂ ਤੁਰੰਤ ਬਾਅਦ, ਮਤਲਬ ਕਿ ਅੱਜ ਵੈਕਸੀਨ ਲੱਗ ਗਈ ਤਾਂ ਅਗਲੇ ਦਿਨ ਜਾਂ ਉਸ ਦਿਨ ਅਸੀਂ ਕੀੜਿਆਂ ਦੀ ਦਵਾਈ ਦੇਣੀ ਹੈ ਜੀ। ਇਸ ਤੋਂ ਇਲਾਵਾ ਜੀ ਜਿਹੜੀ ਕੱਟੀ ਬੱਚੀ ਹੈ ਸਾਡੀ, ਜਿਹਨੂੰ ਅਸੀਂ ਬਰੂਸੀਲੋਸਿਸ ਦੀ ਵੈਕਸੀਨ ਲਵਾਈ ਹੈ, ਉਹਨੂੰ ਅਸੀਂ ਧਿਆਨ ਰੱਖਣਾ ਵੀ ਵਧੀਆ ਕੁਆਲਿਟੀ ਦੀ ਸੰਤੁਲਿਤ ਪਸ਼ੂ ਖੁਰਾਕ, ਕੱਟੀ ਦੀ ਉਮਰ ਦੇ ਹਿਸਾਬ ਨਾਲ ਜਿਹਨੂੰ ਅਸੀਂ ਹੀਫਰ ਫੀਡ ਕਹਿੰਦੇ ਹਾਂ, ਵਧੀਆ ਬ੍ਰਾਂਡ ਦੀ ਹੀਫਰ ਫੀਡ ਦੇ ਸਕਦੇ ਹੋ ਬਾਜ਼ਾਰ 'ਚੋਂ ਲੈ ਕੇ ਜੀ। ਜਾਂ ਫਿਰ ਬੜਾ ਸੌਖਾ ਹੈ ਜੀ, ਤੁਸੀਂ ਉਹਦੇ ਵਿੱਚ ਬਰਾਬਰ ਮਾਤਰਾ 'ਚ ਜਿਹੜੀ ਮੱਕੀ ਤੇ ਸਰੋਂ ਦੀ ਖਲ ਹੈ, ਮੰਨ ਲਓ 25 ਕਿਲੋ ਮੱਕੀ ਲੈ ਲਈ ਜੀ, 25 ਕਿਲੋ ਸਰੋਂ ਦੀ ਜਿਹੜੀ ਚੂਰਾ ਖਲ ਹੈ, ਜਿਹਦੇ ਵਿੱਚ 0.5% ਤੇਲ ਹੁੰਦਾ, ਪਾਪੜੀ ਨਹੀਂ ਜੀ, ਚੂਰਾ ਖਲ, ਜਿਹ 'ਚ 0.5% ਤੇਲ ਹੁੰਦਾ ਔਰ 37 ਤੋਂ 38% ਪ੍ਰੋਟੀਨ ਹੁੰਦੀ ਹੈ ਜੀ। ਮੱਕੀ ਅਸੀਂ ਬਿਲਕੁਲ ਸੁੱਕੀ ਲੈਣੀ ਹੈ, ਬਿਲਕੁਲ ਸੁੱਕੀ ਮੱਕੀ ਹੋਣੀ ਚਾਹੀਦੀ ਹੈ ਜੀ, ਗਿੱਲੀ ਨਹੀਂ ਹੋਣੀ ਚਾਹੀਦੀ। ਜੇ ਮੱਕੀ ਗਿੱਲੀ ਹੈ ਤਾਂ ਧੁੱਪ ਲਵਾ ਲਓ ਜੀ। 25 ਤੋਂ 25 ਕਿਲੋ ਮੱਕੀ ਤੇ 25 ਕਿਲੋ ਸਰੋਂ ਦੀ ਖਲ ਅਸੀਂ ਰਲਾ ਲੈਣੀ ਹੈ ਜੀ। ਇਹ ਤੁਸੀਂ ਕਿਲੋ ਤੋਂ 1.5 ਕਿਲੋ ਰੋਜ਼ ਉਹਨੂੰ ਕੱਟੀ ਬੱਚੀ ਨੂੰ ਦੇਣੀ ਹੈ ਜੀ। ਇਹਦੇ ਨਾਲ ਤੁਸੀਂ ਜੀ 50 ਗ੍ਰਾਮ ਵਧੀਆ ਕੁਆਲਿਟੀ ਦਾ ਧਾਤਾਂ ਦਾ ਚੂਰਾ ਜੀ, 25 ਗ੍ਰਾਮ ਮਿੱਠਾ ਸੋਡਾ ਤੇ 25 ਗ੍ਰਾਮ ਵਧੀਆ ਕੁਆਲਿਟੀ ਦਾ ਜਿਹੜਾ ਕਾਲਾ ਨਮਕ ਹੈ ਉਹ ਦੇਣਾ ਜੀ। ਕਿਉਂਕਿ ਦੇਖੋ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ ਉਹ ਖੁਰਾਕ ਨਾਲ ਬਣਨੀ ਹੈ, ਇਕੱਲੀ ਵੈਕਸੀਨ ਨਾਲ ਨਹੀਂ ਬਣਨੀ। ਇਹ ਨਾ ਸੋਚੋ ਵੀ ਜਿਹੜੀ ਵੈਕਸੀਨ ਲੱਗ ਗਈ ਤਾਂ ਜਿਹੜੀ ਉਹਦੇ ਨਾਲ ਇਮਿਊਨਿਟੀ ਬਣ ਜਾਣੀ ਹੈ, ਖੁਰਾਕ ਨਾਲ ਜਿਹੜੀ ਬਣਨੀ ਹੈ। ਉਸ ਕਰਕੇ ਮਿਨਰਲ ਮਿਕਸਚਰ, ਵਧੀਆ ਕੁਆਲਿਟੀ ਦੀ ਪ੍ਰੋਟੀਨ ਤੇ ਵਧੀਆ ਕੁਆਲਿਟੀ ਦਾ ਜਿਹੜਾ ਰਾਸ਼ਨ ਉਹਨੂੰ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਇਲਾਵਾ ਦੇਖੋ ਅਸੀਂ ਧਿਆਨ ਰੱਖਣਾ ਹੈ ਵੀ ਹਾਲਾਂਕਿ ਇਹ ਵੈਕਸੀਨ ਸਾਰੀ ਉਮਰ 'ਚ ਇੱਕੋ ਵਾਰੀ ਲੱਗਦੀ ਹੈ, ਪਰ ਆਮ ਹੁਣ ਬਹੁਤ ਸਾਰੇ ਮਾਹਰ ਇਹ ਕਹਿੰਦੇ ਹੈ ਵੀ 3 ਸਾਲ ਬਾਅਦ ਜਿਹੜਾ ਵੈਕਸੀਨ ਦਾ ਅਸਰ ਘਟ ਜਾਂਦਾ ਹੈ। ਇਸ ਕਰਕੇ ਇਹਦੇ ਬਾਰੇ ਵੀ ਹੋਰ ਵਿਚਾਰ ਚਰਚਾ ਕਰਨ ਦੀ ਲੋੜ ਹੈ। ਇਹਦੇ ਬਾਰੇ ਆਪਾਂ ਕਦੇ ਵੱਖਰੇ ਵਿਸ਼ੇ 'ਚ ਗੱਲ ਕਰਾਂਗੇ। ਇਸ ਤੋਂ ਇਲਾਵਾ ਜਿਹੜੀ ਅਸੀਂ ਵੱਡੇ ਪਸ਼ੂਆਂ ਦੀ ਗੱਲ ਕੀਤੀ ਹੈ, ਦੇਖੋ ਜਿਹੜੀ ਗਲਘੋਟੂ ਦੇ ਮੂੰਹ ਖੁਰ ਦੀ ਵੈਕਸੀਨ ਹੈ, ਉਹਨਾਂ 'ਚ ਵੀ ਅਸੀਂ ਧਿਆਨ ਰੱਖਣਾ ਵੀ ਵੈਕਸੀਨ ਜਿਵੇਂ ਪਹਿਲਾਂ ਤੇ ਕੋਲਡ ਚੇਨ 'ਚ ਲਵਾਉਣੀ ਹੈ, ਮਲੱਪਾਂ ਦੀ ਦਵਾਈ ਦੇਣੀ ਹੈ। ਤੀਜੇ ਨੰਬਰ 'ਤੇ ਜੀ ਵਧੀਆ ਪਸ਼ੂ ਖੁਰਾਕ ਜਿਹੜੀ ਹੈਗੀ, ਘੱਟੋ ਘੱਟ ਜਿਹੜੀ ਹੈਗੀ, ਜੇ ਸਾਡੇ ਕੋਲ ਛੋਟੇ ਪਸ਼ੂ ਪਾਲਕ ਨੇ ਤਾਂ ਕਿਲੋ 1.5 ਕਿਲੋ ਮੱਕੀ, ਕਿਲੋ 1.5 ਕਿਲੋ ਬੜੇਵੇਂ ਜਾਂ ਥੋੜੀ ਬਹੁਤੀ ਸਰੋਂ ਦੀ ਖਲ ਤੇ ਚੋਕਰ, ਜਿਹੜੀ ਇਹ ਸੰਤੁਲਿਤ ਖੁਰਾਕ ਹੈ, ਵੈਕਸੀਨ ਲੱਗਣ ਤੋਂ 15-20 ਦਿਨ ਤੱਕ ਜ਼ਰੂਰ ਦੇਣੀ ਹੈ। ਵੈਸੇ ਤਾਂ ਹਮੇਸ਼ਾ ਹੀ ਦੇਣੀ ਚਾਹੀਦੀ ਹੈ, ਪਰ 15-20 ਦਿਨ, ਕਿਉਂਕਿ ਇਮਿਊਨਿਟੀ ਜਿਹੜੀ ਐਂਟੀਬੋਡੀ ਜਿਹੜੀਆਂ ਹੈਗੀਆਂ ਬਿਮਾਰੀਆਂ ਲੜਨ ਦੀ ਜਿਹੜੀਆਂ ਸ਼ਕਤੀ ਹੈ, ਜਿਹੜੀ ਐਂਟੀਬੋਡੀ 'ਚ ਬਣਨ ਨੂੰ 15 ਤੋਂ 20 ਦਿਨ ਲੱਗਦੇ ਹੈ। 15-20 ਦਿਨ ਤੱਕ ਅਸੀਂ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਖੁਰਾਕ ਦਾ। ਦੂਜੇ ਨੰਬਰ 'ਤੇ ਜਿਹੜਾ ਵਧੀਆ ਕੁਆਲਿਟੀ ਦਾ ਧਾਤਾਂ ਦਾ ਚੂਰਾ ਜਾਂ ਡੇਅਰੀ ਪ੍ਰੀਮਿਕਸ ਜਾਂ ਲਘੂ ਤੱਤਾਂ ਦਾ ਮਿਸ਼ਰਣ ਜਿਹੜਾ ਹੈਗਾ, ਇਹ ਅਸੀਂ ਆਪਣੇ ਡਾਕਟਰ ਦੀ ਸਲਾਹ ਦੇ ਨਾਲ, ਜੇ ਲਘੂ ਤੱਤਾਂ ਦਾ ਮਿਸ਼ਰਣ ਜਿਹੜਾ ਹੈਗਾ
ਉਹ ਸਿਰਫ 10 ਗ੍ਰਾਮ ਦੇਣਾ ਹੁੰਦਾ ਹਰ ਰੋਜ਼। ਉਹਦੇ ਨਾਲ ਤੁਸੀਂ 50 ਗ੍ਰਾਮ ਜਿਹੜਾ ਡਾਈ ਕੈਲਸ਼ੀਅਮ ਫਾਸਫੇਟ ਹੈ ਜਿਹੜਾ, ਕਿਉਂਕਿ ਫਾਸਫੋਰਸ ਦੀ ਬਹੁਤ ਜ਼ਿਆਦਾ ਘਾਟ ਹੈ, ਫਾਸਫੋਰਸ ਅਸੀਂ ਜ਼ਰੂਰ ਦੇਣਾ, 50 ਗ੍ਰਾਮ ਰੋਜ਼ ਦੇਣਾ ਹੈ। ਔਰ ਇਸ ਤੋਂ ਇਲਾਵਾ ਜਿਹੜੇ ਵਿਟਾਮਿਨ ਹੈਗੇ ਉਹ ਤੁਸੀਂ ਉਹਦੇ ਵਿੱਚ ਮਿਕਸ ਕਰ ਸਕਦੇ ਹੋ ਆਪਣੇ ਡਾਕਟਰ ਦੀ ਸਲਾਹ ਨਾਲ, ਕਿਉਂਕਿ ਉਹਨਾਂ ਦੀ ਡੋਜ਼ ਬਹੁਤ ਹੀ ਘੱਟ ਹੁੰਦੀ ਹੈ ਜੀ, 1 ਤੋਂ 2 ਗ੍ਰਾਮ ਉਹਨਾਂ ਦੀ ਡੋਜ਼ ਹੁੰਦੀ ਹੈ। ਜਾਂ ਫਿਰ ਵਧੀਆ ਕੁਆਲਿਟੀ ਦਾ ਜਿਹੜਾ ਡੇਰੀ ਪ੍ਰੀਮਿਕਸ ਹੈ ਜਾਂ ਮਿਨਰਲ ਮਿਕਸਚਰ ਹੈ, ਇਹ ਤੁਸੀਂ ਕੋਈ ਵੀ ਲਗਾਤਾਰ 20 ਦਿਨ ਤੱਕ ਦੇਣਾ ਹੈ। ਔਰ 2 ਵੈਕਸੀਨ ਜਿਹੜੀ ਹੈਗੀ ਗਲਘੋਟੂ ਤੇ ਮੂੰਹ ਖੁਰ ਦੀ, ਉਹਨਾਂ 'ਚ ਯਾਦ ਰੱਖਣਾ ਵੀ ਘੱਟੋ ਘੱਟ 3 ਤੋਂ 4 ਹਫ਼ਤੇ ਦਾ, ਮਤਲਬ ਕਿ 20 ਤੋਂ 25 ਦਿਨ ਦਾ ਫਾਸਲਾ ਰੱਖਣਾ ਹੈ। ਇਹ ਨਹੀਂ ਹੈਗਾ ਵੀ ਅਸੀਂ ਇਕੱਠੀਆਂ ਹੀ ਲਵਾ ਦੇਣੀ ਹੈ ਵੈਕਸੀਨ, ਕਿਉਂਕਿ ਜੇ ਅਸੀਂ ਇਕੱਠੀ ਲਵਾਵਾਂਗੇ, ਇੱਕ ਬੈਕਟੀਰੀਅਲ ਵੈਕਸੀਨ ਹੈ, ਇੱਕ ਵਾਇਰਲ ਵੈਕਸੀਨ ਹੈ, ਅਸਰ ਓਨਾ ਵਧੀਆ ਨਹੀਂ ਆਉਣਾ ਹੈਗਾ। ਜਿਹੜੇ ਕਿ ਕੰਬਾਈਨਡ ਵੈਕਸੀਨ ਵੀ ਲੱਗਦੀਆਂ, ਉਹਨਾਂ ਦਾ ਅਸਰ ਓਨਾ ਵਧੀਆ ਨਹੀਂ ਆਉਂਦਾ ਜਿੰਨਾ ਸਾਡੀ ਇਕੱਲੀ ਵੈਕਸੀਨ ਹੈ ਜਿਹੜੀ ਉਹਦਾ ਆਉਂਦਾ। ਇਸ ਤੋਂ ਇਲਾਵਾ ਦੇਖੋ, ਜਿਹੜੀ ਗਰਮੀ ਹੈ, ਇਸ ਕਰਕੇ ਅਸੀਂ ਕਹਿੰਦੇ ਵੀ ਜਿਹੜੇ ਛੱਤ ਵਾਲੇ ਪੱਖੇ ਹੈ ਉਹਨਾਂ ਦੀ ਜਗ੍ਹਾ ਤੁਸੀਂ ਡੇਅਰੀ ਫੈਨ ਜਿਹੜੇ ਹੈਗੇ, ਜੇ ਤੁਸੀਂ ਬਜਟ 'ਚ ਆਉਂਦੇ ਆ ਤੁਹਾਡੇ ਨਵੇਂ ਪੱਖੇ ਲਓ, ਨਹੀਂ ਤਾਂ ਪੁਰਾਣੇ ਪੱਖੇ ਜ਼ਰੂਰ ਲਓ। ਛੱਤ ਵਾਲੇ ਪੱਖੇ ਜਿਹੜੇ ਹੈਗੇ ਹਮੇਸ਼ਾ ਹੀ ਫਾਇਦੇ ਦੀ ਜਗ੍ਹਾ ਨੁਕਸਾਨ ਕਰਦੇ ਆ। ਜੇ ਪਸ਼ੂ ਤੇ ਗਰਮੀ ਦਾ ਸਟ੍ਰੈਸ ਰਹੂਗਾ ਜੀ, ਤਾਂ ਜਿਹੜੀ ਬਿਮਾਰੀਆਂ ਲੜਨ ਦੀ ਸ਼ਕਤੀ ਉਨੀ ਵਧੀਆ ਨਹੀਂ ਬਣਨੀ ਹੈਗੀ। ਅਗਲੇ ਨੰਬਰ ਤੇ ਦੇਖੋ, ਅਸੀਂ ਧਿਆਨ ਰੱਖਣਾ ਵੀ ਠੰਡਾ ਪਾਣੀ, ਜਿਹੜਾ ਪਾਣੀ ਠੰਡਾ ਹੋਵੇ 24 ਘੰਟੇ ਉਪਲਬਧ ਰਹਿਣਾ ਚਾਹੀਦਾ ਹੈ, ਕਿਉਂਕਿ ਪਾਣੀ ਜਿਹੜਾ ਦੁੱਧ ਹੈ ਇਹ 'ਚ ਤੁਸੀਂ ਦੇਖੋ 85 ਤੋਂ 87% ਪਾਣੀ ਹੀ ਹੁੰਦਾ ਹੈ। ਦੁੱਧ ਵੀ ਤਾਂ ਹੀ ਬਣੂਗਾ ਜੇ ਪਾਣੀ ਪੂਰਾ ਵਧੀਆ ਮਿਲੂਗਾ। ਠੰਡਾ ਪਾਣੀ ਪਸ਼ੂ ਨੂੰ 25 ਡਿਗਰੀ ਤਾਪਮਾਨ ਤੋਂ ਥੱਲੇ ਦਾ ਪਾਣੀ ਪਸ਼ੂ ਪੀਂਦੇ ਆ, ਇਹਦੇ ਉੱਪਰ ਦਾ ਪਸ਼ੂ ਪਾਣੀ ਨਹੀਂ ਪੀਂਦੇ ਹੈਗੇ। ਸੋ ਪਾਣੀ ਮਿਲਣਾ ਚਾਹੀਦਾ ਜੀ। ਖੁਰਲੀਆਂ ਤੁਸੀਂ ਨਮਕ ਦੇ ਡਲੇ ਰੱਖੋ ਜੀ, ਕਾਲਾ ਨਮਕ ਹਮੇਸ਼ਾ ਵਧੀਆ, ਕਿਉਂਕਿ ਆਇਓਡੀਨ ਹੈ ਜਿਹੜੀ ਤੇ ਹੋਰ ਤੱਤ ਹੈ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਮਿਊਨਿਟੀ ਦੇ ਵਿੱਚ। ਇਸ ਤੋਂ ਇਲਾਵਾ 2 ਚੀਜ਼ਾਂ ਜਿਹੜੇ ਮੈਂ ਬਹੁਤ ਜ਼ਰੂਰੀ ਤੁਹਾਨੂੰ ਦੱਸਣੀਆਂ ਚਾਹੂੰਗਾ, ਉਹ ਇਹ ਹੈ ਵੀ ਇੱਕ ਆਮਲਾ ਪਾਊਡਰ, ਮਤਲਬ ਕਿ ਔਲਿਆਂ ਦਾ ਜਿਹੜਾ ਚੂਰਾ ਹੁੰਦਾ ਹੈ, ਇਹ ਫੀਡ ਫੈਕਟਰੀਆਂ 'ਚ ਮਿਲ ਜਾਂਦਾ ਜੀ। ਆਮਲਾ ਜਿਹੜਾ ਹੁੰਦਾ ਵਿਟਾਮਿਨ ਸੀ ਦਾ ਜਿਹੜਾ ਸੋਰਸ ਹੁੰਦਾ, ਸਾਡਾ ਜਿਹੜਾ ਔਲਾ ਹੈ, ਵਿਟਾਮਿਨ ਸੀ ਔਲੇ 'ਚ ਬਹੁਤ ਜ਼ਿਆਦਾ ਹੁੰਦਾ ਹੈ। ਇਹ ਤੁਸੀਂ 10 ਗ੍ਰਾਮ ਦੇ ਹਿਸਾਬ ਨਾਲ ਹਰ ਇੱਕ ਪਸ਼ੂ ਨੂੰ ਦਿਓ, 20-25 ਦਿਨ ਲਗਾਤਾਰ ਦਿਓ। ਗਰਮੀ ਤੋਂ ਪਸ਼ੂ ਬਚਿਆ ਰਹੂਗਾ, ਦੁੱਧ ਵੀ ਨਹੀਂ ਘਟੂਗਾ ਵਿਟਾਮਿਨ ਸੀ ਨਾਲ। ਇਸ ਤੋਂ ਇਲਾਵਾ ਦੇਖੋ, ਪਸ਼ੂ ਦੀ ਕਿਉਂਕਿ ਅਸੀਂ ਬਿਮਾਰੀਆਂ ਲੜਨ ਦੀ ਸ਼ਕਤੀ ਗੱਲ ਕਰ ਰਹੇ ਹਾਂ, ਹਲਦੀ ਜਿਹੜੀ ਹੈਗੀ ਵਧੀਆ ਕੁਆਲਿਟੀ ਦੀ ਹਲਦੀ ਜਿਹੜੀ ਹੈਗੀ, ਤੁਸੀਂ 100 ਗ੍ਰਾਮ 1 ਕੁਇੰਟਲ ਫੀਡ 'ਚ ਵੀ ਪਾ ਸਕਦੇ ਹੋ ਜੀ। ਜਾਂ ਤੁਸੀਂ 10 ਗ੍ਰਾਮ ਵੱਡੇ ਪਸ਼ੂ ਨੂੰ ਤੇ 5 ਗ੍ਰਾਮ ਛੋਟੇ ਪਸ਼ੂ ਨੂੰ ਵਧੀਆ ਕੁਆਲਿਟੀ ਦੀ ਘਰ ਦੀ ਦੇਸੀ ਹਲਦੀ ਹੈ ਜੀ, ਉਹ ਤੁਸੀਂ ਦਿਓ, ਕਿਉਂਕਿ ਹਲਦੀ ਦੇ ਬਹੁਤ ਸਾਰੇ ਗੁਣ ਨੇ। ਸਾਡੀ ਇਹ ਦੇਸੀ ਆਪਣੀ ਚੀਜ਼ ਹੈ ਜੀ, ਇਹਦੇ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਹੁਤ ਜ਼ਿਆਦਾ ਵੱਧਦੀ ਹੈ। ਵੈਸੇ ਵੀ ਜਿਹੜੀਆਂ ਅੱਜ ਕੱਲ੍ਹ ਵਾਇਰਲ ਇਨਫੈਕਸ਼ਨ ਜਿਹੜੀਆਂ ਚੱਲ ਰਹੀਆਂ, ਇਹ ਤੋਂ ਵੀ ਪਸ਼ੂ ਬਚਿਆ ਰਹਿੰਦਾ। ਸੋ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ। ਵੈਕਸੀਨ ਲਵਾ ਕੇ ਸਿਰਫ ਅਸੀਂ ਆਪਣੀ ਜ਼ਿੰਮੇਵਾਰੀ ਤੋਂ, ਇਹ ਨਹੀਂ ਹੈਗਾ ਵੀ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਹੈ ਵੈਕਸੀਨ ਲੱਗਣਾ। ਸੋ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਹੈ। ਇਸ ਤੋਂ ਇਲਾਵਾ ਦੇਖੋ, ਜਿਹੜਾ ਖੂਨ ਦੀ ਕਮੀ ਹੈ, ਜੇ ਪਸ਼ੂ 'ਚ ਖੂਨ ਦੀ ਕਮੀ ਹੈ ਜੀ, ਤਾਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧੀਆ ਨਹੀਂ ਬਣਨੀ। ਸੋ ਇਸ ਕਰਕੇ ਗਰਮੀਆਂ 'ਚ ਹਮੇਸ਼ਾ 2 ਤੋਂ 3 ਵਾਰੀ ਆਪਣੇ ਸਾਰੇ ਪਸ਼ੂਆਂ ਦਾ ਜ਼ਰੂਰ ਖੂਨ ਚੈੱਕ ਕਰਾਓ। 20 ਤੋਂ 30 ਰੁਪਏ ਇੱਕ ਪਸ਼ੂ ਦੇ ਖੂਨ ਚੈੱਕ ਕਰਾਉਣ ਤੇ ਲੱਗਦੇ ਆ ਜੀ। ਸਾਨੂੰ ਬਿਮਾਰੀ ਖਤਰੇ ਦੀ ਘੰਟੀ ਵੱਜਣ ਤੋਂ ਪਹਿਲਾਂ ਪਤਾ ਲੱਗ ਜਾਂਦੀ ਹੈ, ਕਿਉਂਕਿ ਜੇ ਬਿਮਾਰੀ ਆ ਗਈ ਜੀ, ਜਿਵੇਂ ਹੁਣ 4 ਖੂਨੀ ਪਰਜੀਵੀ ਬਿਮਾਰੀਆਂ ਨੇ ਜਿਹੜੀਆਂ ਖੂਨ ਘਟਾਉਂਦੀਆਂ, ਤਾਂ ਇਲਾਜ ਸਾਡਾ 2-3 ਹਜ਼ਾਰ ਰੁਪਏ ਤੱਕ ਜਾਂ 4-5 ਹਜ਼ਾਰ ਰੁਪਏ ਤੱਕ ਵੀ ਚਲਾ ਜਾਂਦਾ। ਸੋ ਪਹਿਲਾਂ ਟੈਸਟ ਕਰਾਓ ਜੀ। ਟੈਸਟ ਕਰਾ ਕੇ ਜਿਹੜੀ ਰਿਪੋਰਟ ਹੈ ਉਹਨੂੰ ਘਰੇ ਸੰਭਾਲ ਕੇ ਰੱਖੋ, ਤਾਂ ਕਿ ਸਾਨੂੰ ਪਤਾ ਲੱਗੇ ਵੀ ਕਿਹੜੇ ਪਸ਼ੂ ਦਾ ਕਿੰਨਾ ਖੂਨ ਹੈ। ਜੇ ਕਿਸੇ ਪਸ਼ੂ ਦਾ ਖੂਨ 7 ਗ੍ਰਾਮ ਜਾਂ 8 ਗ੍ਰਾਮ ਆਉਂਦਾ ਹੈ, ਤਾਂ ਤੁਰੰਤ ਜਿਹੜਾ ਨੇੜੇ ਦਾ ਪਸ਼ੂ ਮਾਹਰ ਹੈ ਉਹਦੀ ਸਲਾਹ ਨਾਲ ਉਹਦਾ ਇਲਾਜ ਕਰਾਓ, ਕਿਉਂਕਿ ਇਹ ਪਸ਼ੂ ਨੇ ਹੁਣ ਥੋੜ੍ਹੇ ਸਮੇਂ 'ਚ ਬਿਮਾਰ ਹੋ ਹੀ ਜਾਣਾ। ਵੈਸੇ ਵੀ ਖੂਨ ਦੀ ਕਮੀ ਹੈ ਤਾਂ ਜਿਹੜੀ ਬਿਮਾਰੀਆਂ ਲੜਨ ਦੀ ਸ਼ਕਤੀ ਕਦੇ ਵੀ ਨਹੀਂ ਪੂਰਾ ਬਣਨੀ, ਤੇ ਪਸ਼ੂ ਨੇ ਦੁੱਧ ਵੀ ਪੂਰਾ ਨਹੀਂ ਦੇਣਾ ਹੈਗਾ। ਸੋ ਇਸ ਕਰਕੇ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਜੀ। ਦੇਖੋ, ਬਾਕੀ ਮੈਂ ਇਹੀ ਤੁਹਾਨੂੰ ਅਪੀਲ ਕਰੂੰਗਾ ਵੀ ਤੁਸੀਂ ਇਹ ਸਾਰੀਆਂ ਗੱਲਾਂ 'ਤੇ ਅਮਲ ਕਰੋਗੇ, ਔਰ ਵੈਕਸੀਨ ਲਵਾਉਣ ਵੇਲੇ ਤੇ ਵੈਕਸੀਨ ਲਵਾਉਣ ਤੋਂ ਬਾਅਦ ਵੀ 15-20 ਦਿਨ ਤੱਕ ਜਿਹੜਾ ਪਸ਼ੂਆਂ ਦਾ ਧਿਆਨ ਰੱਖੋਗੇ। ਅਗਲੇ ਵਿਸ਼ੇ ਦੇ ਵਿੱਚ ਆਪਾਂ ਜਿਹੜਾ ਹੈਗਾ ਜੀ, ਖੂਨ ਦੀ ਕਮੀ ਬਾਰੇ ਵਿਸਤਾਰ ਚਰਚਾ ਕਰਾਂਗੇ। ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।